ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਵਿਸ਼ੇਸ਼ ਪ੍ਰੋਗਰਾਮ ਅਗਵਾਈ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਜਿਵੇਂ ਕਿ ਆਪ ਜਾਣਦੇ ਹੀ ਹੋ, ਅਗਵਾਈ ਪ੍ਰੋਗਰਾਮ ਦੇ ਵਿੱਚ ਪਿਛਲੇ ਦਿਨ ਤੋਂ ਲੈ ਕੇ ਪੰਜਾਬ ਦੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਜਾ ਰਹੀ ਹੈ। ਉਹ ਅੰਦੋਲਨ ਕਿਉਂ ਕੀਤਾ ਜਾ ਰਿਹਾ, ਖਾਸ ਕਰਕੇ ਉਸ ਸਮੇਂ ਜਦੋਂ ਕਿ ਕਿਸਾਨ ਨੂੰ ਖੇਤਾਂ ਵਿੱਚ ਹੋਣਾ ਚਾਹੀਦਾ, ਉਹਨੂੰ ਸੜਕਾਂ 'ਚ ਕਿਉਂ ਆ ਕੇ ਬੈਠਣਾ ਪੈ ਗਿਆ, ਕਿਹੜੇ ਕਾਨੂੰਨ ਇਹੋ ਜਿਹੇ ਬਣੇ ਜਿਨ੍ਹਾਂ ਦੇ ਬਾਰੇ ਕਿਸਾਨਾਂ ਦੇ ਮਨ 'ਚ ਖਦਸ਼ਾ ਹੈ ਕਿ ਇਹ ਕਾਨੂੰਨ ਉਹਨਾਂ ਨੂੰ ਬਰਬਾਦ ਕਰ ਦੇਣਗੇ, ਉਹਨਾਂ ਦੀ ਖੇਤੀ ਨੂੰ ਉਜਾੜ ਦੇਣਗੇ, ਉਹਨਾਂ ਕੋਲੋਂ ਜ਼ਮੀਨਾਂ ਖੋਹ ਲੈਣਗੇ। ਉਹਨਾਂ ਬਾਰੇ ਗੱਲ ਕੀਤੀ ਗਈ ਹੈ ਔਰ ਅੱਜ ਮੈਂ ਖਾਸ ਤੌਰ ਦੇ ਉੱਤੇ ਇਹਦੇ ਬਾਰੇ ਇਦੋਂ ਅਗਲੇ ਪੜਾਅ ਤੋਂ ਗਾਂ ਦੀ ਗੱਲ ਕਰਾਂਗਾ। ਪਰ ਉਸ ਤੋਂ ਪਹਿਲਾਂ ਡਾਕਟਰ ਪ੍ਰਿੰਸੀਪਲ ਸੁਖਜਿੰਦਰ ਸਿੰਘ ਸੰਘਾ ਜੀ, ਜਿਹੜੇ ਖਾਸ ਤੌਰ ਤੇ ਅਸੀਂ ਬੇਨਤੀ ਕਰਕੇ ਉਹਨਾਂ ਨੂੰ ਕਿਹਾ ਕਿ ਕਿਸਾਨਾਂ ਬਾਰੇ, ਸਾਰੇ ਮਸਲਿਆਂ ਦੇ ਬਾਰੇ, ਪੰਜਾਬ ਦੇ ਬਾਰੇ ਔਰ ਜੋ ਪੰਜਾਬ ਦੇ ਹਾਲਾਤ ਬਣਨ ਜਾ ਰਹੇ ਜਾਂ ਜੋ ਬਣੇ ਹੋਏ ਆ ਉਹਦੇ ਬਾਰੇ ਗੱਲ ਵਿਸਥਾਰ ਨਾਲ ਕੀਤੀ ਜਾਵੇ, ਉਚੇਚ ਨਾਲ ਕੀਤੀ ਜਾਵੇ, ਸੰਜੀਦਗੀ ਗੰਭੀਰਤਾ ਦੇ ਨਾਲ ਕੀਤੀ ਜਾਵੇ। ਉਹਨਾਂ ਨੂੰ ਬੇਨਤੀ ਕਰਕੇ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਅੰਦਰ ਸੱਦਿਆ। ਸੋ ਡਾਕਟਰ ਪ੍ਰਿੰਸੀਪਲ ਸੁਖਜਿੰਦਰ ਸਿੰਘ ਸੰਘਾ, ਉਹ ਵੀ ਇਸ ਵਿਸ਼ੇ ਦੇ ਮਾਹਰ ਵੀ ਨੇ। ਉਹਨਾਂ ਦੀ ਆਮਦ ਨੂੰ ਜੀ ਆਇਆਂ ਵੀ ਆਖਦੇ, ਫਤਿਹ ਸਾਂਝੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਕੋ ਆਪਾਂ ਕੱਲ ਗੱਲ ਕੀਤੀ ਸੀ, ਹਾਂਜੀ, ਉਦੋਂ ਗਾਂ ਦੀ ਗੱਲ ਕਾਨੂੰਨ ਬਣ ਗਏ ਆ, ਕਿਸਾਨ ਉਹਨਾਂ 'ਚ ਬਦਲਾਅ ਚਾਹੁੰਦੇ ਆ, ਹਾਂਜੀ, ਅੰਦੋਲਨ ਕਰਕੇ ਬੈਠੇ ਹੋਏ ਆ। ਇਹ ਬਹੁਤ ਵੱਡੀ ਇੱਕ ਸਮੱਸਿਆ ਬਣ ਗਈ ਆ, ਹਾਂਜੀ, ਔਰ ਅੰਦੋਲਨ ਵੀ ਇਸ ਟਾਈਮ ਤੋਂ ਬਹੁਤ ਵੱਡਾ ਜਾਪ ਰਿਹਾ, ਸਿਖਰ ਤੇ ਪਹੁੰਚਿਆ ਹੈ। ਸਿਖਰ ਤੇ ਪਹੁੰਚਿਆ ਹੋਇਆ। ਰੇਲਵੇ ਬੰਦ ਆ, ਸੜਕਾਂ ਤੇ ਇੱਕ ਤਰ੍ਹਾਂ ਦੇ ਜਾਮ ਲੱਗੇ ਹੋਏ ਆ। ਇਹ ਸ਼ੰਭੂ ਬੈਰੀਅਰ ਜਿਹੜਾ ਉਹ ਬੰਦ ਕੀਤਾ ਪਿਆ ਪੰਜਾਬ ਤੋਂ ਉਧਰਲੇ ਬੰਨੋਂ ਸਾਰਾ। ਔਰ ਜਿਹੜੇ ਰਿਲਾਇੰਸ ਦੇ ਪੰਪ ਆ ਉਹਨਾਂ ਦੇ ਉੱਤੇ ਵੀ, ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੇ ਉੱਤੇ ਵੀ, ਉਹਨਾਂ ਦੇ ਅਦਾਰਿਆਂ ਦੇ ਉੱਤੇ ਵੀ 2-4 ਥਾਂ ਤੇ ਜਾ ਕੇ ਧਰਨੇ ਲਾਏ ਗਏ ਆ। ਇਹ ਖਾਸ ਕਰਕੇ ਲੱਖਾ ਸਦਾਨਾ ਉਹਨਾਂ ਦੇ ਗਰੁੱਪ ਨੇ ਸਾਰੇ ਉਹੀ ਧਰਨੇ ਲਾਏ ਆ। ਹਰਿਆਣੇ ਤੱਕ ਪੰਜਾਬ ਦੇ ਲੋਕ ਪਹੁੰਚੇ। ਉਧਰੋਂ ਰਾਹੁਲ ਗਾਂਧੀ ਵੀ ਸੈਂਟਰ 'ਚੋਂ ਆ ਕੇ ਐਜੀਟੇਸ਼ਨ ਟਰੈਕਟਰ ਰੈਲੀ ਕੱਢੀ ਆ, ਪੰਜਾਬ ਤੋਂ ਹੋ ਕੇ ਹਰਿਆਣੇ ਵੱਲ ਨੂੰ ਪਹੁੰਚਿਆ ਆ। ਇੱਧਰੋਂ ਸ਼੍ਰੋਮਣੀ ਅਕਾਲੀ ਦਲ 3 ਤਖ਼ਤਾਂ ਤੋਂ ਤੁਰ ਕੇ, ਬੇਸ਼ੱਕ ਉਹ ਮਾਲਵੇ ਤੋਂ ਦਮਦਮਾ ਸਾਹਿਬ ਵਾਲਾ ਤਖ਼ਤ, ਉੱਥੋਂ ਮਾਝੇ ਤੋਂ ਅਕਾਲ ਤਖ਼ਤ ਸਾਹਿਬ ਤੋਂ ਤੇ ਦੁਆਬੇ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ, 3 ਤਖ਼ਤਾਂ ਤੋਂ, ਪੰਜਾਬ ਦੇ ਵਿੱਚ 3 ਤਖ਼ਤੀ ਆ, 2 ਤਖ਼ਤ ਪੰਜਾਬ ਤੋਂ ਬਾਹਰ ਆ, 3 ਤਖ਼ਤਾਂ ਤੋਂ ਤੋੜ ਕੇ ਤਕਰੀਬਨ 1.25 ਲੱਖ ਦੇ ਨੇੜੇ ਤੇੜੇ ਬੰਦਾ, ਯਾਨੀ 30-40 ਹਜ਼ਾਰ ਬੰਦਾ ਇੱਕ ਅੰਦੋਲਨ ਮਾਰਚ ਦੇ ਵਿੱਚ ਉਹ ਚੰਡੀਗੜ੍ਹ ਪਹੁੰਚਿਆ। ਉੱਥੇ ਜਾ ਕੇ ਬੇਸ਼ੱਕ ਉਹਨਾਂ ਨੂੰ ਨਹੀਂ ਅੰਦਰ ਦਾਖਲ ਹੋਣ ਦਿੱਤਾ ਗਿਆ, ਕੁੱਟਮਾਰ ਵੀ ਹੋਈ, ਗ੍ਰਿਫਤਾਰੀਆਂ ਵੀ ਹੋਈਆਂ। ਪਰ ਇਹ ਸਾਰੇ ਬੰਨੇ ਜਿਹੜਾ ਭਖਿਆ ਹੋਇਆ ਆ ਪੰਜਾਬ ਦੀ, ਆਪਾਂ ਜੇ ਗੱਲ ਕਰੀਏ 31 ਕਿਸਾਨ ਸੰਗਠਨ ਇਕਮੁੱਠ ਹੋ ਕੇ, ਪੰਜਾਬ ਦੇ ਕਲਾਕਾਰ, ਜਿਹੜੇ ਗੀਤਕਾਰ ਵੀ ਤੇ ਸੰਗੀਤਕਾਰ ਵੀ ਤੇ ਸਾਹਿਤਕਾਰ ਵੀ, ਕਰੀਬ ਉਹ ਥੋੜੇ ਜਿਹਾ ਨੂੰ ਛੱਡ ਕੇ, ਜਾਣੀ ਕਿ 95% ਦੇ ਨੇੜੇ ਤੇੜੇ ਜੁੜੇ ਆ, 5% ਨਹੀਂ ਜੁੜੇ। ਸਮਾਜ ਸੇਵੀ ਸੰਗਠਨ ਜਿਹੜੇ ਆ ਉਹ ਵੀ ਇਹਦੇ 'ਚ ਆ ਗਿਆ, ਜਿਹੜੇ ਸਮਾਜ ਸੇਵਾ ਵਾਲੇ NGO ਬਣੇ ਹੋਏ ਸੀਗੇ। ਕੋਈ ਬਹੁਤਾ ਕੁਝ ਕਿਸਾਨਾਂ ਦੇ ਸਿਰ ਤੇ ਚੱਲਦਾ ਸੀ। ਔਰ ਵੱਡੀਆਂ ਪਾਰਟੀਆਂ ਪੰਜਾਬ ਦੀਆਂ, ਸ਼੍ਰੋਮਣੀ ਅਕਾਲੀ ਦਲ ਵੀ ਤੇ ਜਿਹੜੀ ਰਾਜ ਕਰਦੀ ਪਾਰਟੀ ਕਾਂਗਰਸ ਵੀ, ਆਪ ਵੀ, ਆੜਤੀ ਵੀ, ਤੇ ਮਜ਼ਦੂਰਾਂ ਨੂੰ ਆਪਣਾ ਜਾਂਦਾ ਲੱਗਦਾ ਪਿਆ, ਭਾਵੇਂ ਖੇਤ ਮਜ਼ਦੂਰ ਆ, ਭਾਵੇਂ ਮੰਡੀਆਂ ਦਾ ਮਜ਼ਦੂਰ ਆ, ਉਹ ਤੇ FCI ਦੇ ਕੰਮ ਵੀ ਸਾਰਾ, ਜਾਣੀ ਕਿ ਇਦਾਂ ਲੱਗਦਾ ਕਿ ਪੰਜਾਬ ਇਹ ਅੰਦੋਲਨ ਦੇ ਰਾਹ ਤੇ ਤੁਰ ਪਿਆ ਹੈਗਾ ਆ। ਜਦੋਂ ਏਡਾ ਵੱਡਾ ਅੰਦੋਲਨ ਹੋਵੇ, ਏਡੀ ਵੱਡੀ ਸਮੱਸਿਆ ਸਾਹਮਣੇ ਦਿਖਦੀ ਹੋਵੇ, ਇਹਦਾ ਹੱਲ ਕੀ ਆ? ਇਹ ਤਾਂ ਬਹੁਤ ਵਧੀਆ ਵਿਸਥਾਰ ਤੁਸੀਂ ਕੀਤਾ ਹੈਗਾ ਜੀ। ਸੰਘਰਸ਼ ਦੀ ਵਿਆਖਿਆ ਕੀਤੀ ਹੈ ਔਰ ਕੌਣ ਇਹਦੇ 'ਚ ਇਨਵੋਲਵ ਹੈ, ਬਲਕਿ ਸਾਰਾ ਪੰਜਾਬ ਇਨਵੋਲਵ ਹੈ। ਇੱਕ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਭਾਜਪਾ ਕਿਸੇ ਹੱਦ ਤੱਕ ਹੁਣ ਉਹ ਵੀ ਇਨਵੋਲਵ ਹੋ ਗਿਆ। ਉਹਨਾਂ ਦਾ ਕਿਸਾਨ ਸੰਗਠਨ ਦਾ ਬਿਆਨ ਆ ਗਿਆ ਕਿ ਸਾਨੂੰ ਪੁੱਛਿਆ ਨਹੀਂ ਗਿਆ। ਭਾਰਤੀ ਜਨਤਾ ਪਾਰਟੀ ਦੇ ਕਿਸਾਨ ਸੰਗਠਨ ਦਾ ਬਿਆਨ ਆ ਗਿਆ। ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਦੇ ਨਾਲ ਮੇਲ ਮਿਲਾਪ ਕਰਨ ਦੀ, ਉਹਦੇ ਵਿੱਚ ਉਹ ਕਾਮਯਾਬ ਨਹੀਂ ਪੂਰੇ ਹੋਏ। ਤੇ ਬਜਾਏ ਦੇ ਵੀ ਉਹ ਸਮਝਾਉਂਦੇ ਵੀ ਬਿੱਲਾਂ ਬਾਰੇ ਜਾਂ ਕਾਨੂੰਨਾਂ ਬਾਰੇ ਆਪਣੀ ਵਿਆਖਿਆ ਦਿੰਦੇ, ਉਲਟਾ ਕਿਸਾਨਾਂ ਨੇ ਉਹਨਾਂ ਨੂੰ ਵਿਸ਼ੇ ਦਿੱਤੇ ਵੀ ਆਹ ਮਸਲੇ ਆ ਵੀ ਤੁਸੀਂ ਜਾਓ ਤੇ ਕਰਾਓ ਫੈਸਲੇ। ਅਸਲੀ ਗੱਲ ਇਹ ਹੈਗੀ ਆ ਕਿ ਜਿੱਥੇ ਤੇ ਰਾਜਨੀਤਿਕ ਪਾਰਟੀ ਦਾ ਸਵਾਲ ਹੈ, ਰਾਜਨੀਤਿਕ ਪਾਰਟੀ ਨੇ ਆਪਣਾ ਬਹੁਤਾ ਜ਼ੋਰ ਪੰਜਾਬ ਦੇ ਵਿੱਚ ਲਾਇਆ ਜੀ। ਚਾਹੀਦਾ ਸੀਗਾ ਵੀ ਉਹ ਸਾਰਾ ਜ਼ੋਰ ਦਿੱਲੀ ਲੱਗਦਾ ਜੀ, ਤਾਂ ਕਿ ਜਿੱਥੇ ਸੱਤਾ ਹੈ, ਜਿੱਥੇ ਪਾਵਰ ਹੈ, ਜਿੱਥੇ ਡਿਸੀਜਨ ਮੇਕਿੰਗ ਹੈ, ਜਿੱਥੇ ਕਾਨੂੰਨ ਬਣਦੇ ਆ, ਜਿੱਥੇ ਵੱਡੀਆਂ ਅਦਾਲਤਾਂ ਆ, ਉੱਥੇ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਮਸਲੇ ਤੇ ਇੰਨਾ ਉਭਾਰ ਹੈਗਾ ਜੀ। ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀ ਇਸ ਕਰ ਕੀਤਾ ਕਿਉਂਕਿ ਮੋਹਰੇ 2022 ਦੇ ਵਿੱਚ ਚੋਣਾਂ ਆਉਣੀਆਂ ਹੈਗੀਆਂ ਤੇ ਉਹ ਸਮਝਦੇ ਪਏ ਸੀ ਆਪਣਾ ਜਿਹੜਾ ਆਧਾਰ ਆ ਉਹ ਵੀ ਮਜ਼ਬੂਤ ਕਰੀਏ ਤੇ ਨਾਲ ਆਪਣੀ ਸਹਿਮਤੀ ਵੀ ਜ਼ਾਹਰ ਕਰੀਏ ਕਿ ਅਸੀਂ ਕਿਸਾਨਾਂ ਦੇ ਨਾਲ ਹੈਗੇ ਆ। ਇੱਕ ਤਾਂ ਪਹਿਲੂ ਇਹਦਾ ਇਹ ਹੈਗਾ
ਤੇ ਦੂਜਾ ਪਹਿਲੂ ਹੈਗਾ ਕਿਸਾਨ ਮੋਰਚੇ ਦਾ। ਜਿਵੇਂ ਤੁਸੀਂ ਕਿਹਾ 31 ਜਥੇਬੰਦੀਆਂ, ਉਹਨਾਂ ਦੀ ਲੀਡਰਸ਼ਿਪ ਤੇ ਉਹਨਾਂ ਦੇ ਸਪੋਰਟਰ ਉਹ ਸਾਰੇ ਰੇਲਵੇ ਲਾਈਨਾਂ ਤੇ ਜਿੱਦਾਂ ਵੀ ਮੋਰਚਾ ਚੱਲਦਾ ਚਲਾ ਰਿਹਾ ਹੈਗਾ। ਇਹਦੇ ਨਾਲ ਜਿਹੜੀ ਵੱਡੀ ਘਟਨਾ ਵਾਪਰ ਰਹੀ ਆ ਉਹ ਹੈਗੀ ਆ ਵੀ ਰੇਲਵੇ ਬੰਦ ਹੋਣ ਦੇ ਨਾਲ ਜਿਹੜਾ ਹੁਣ ਝੋਨਾ ਆ ਰਿਹਾ ਮੰਡੀਆਂ ਦੇ ਵਿੱਚ, ਉਹਦੀ ਜਿਹੜੀ ਚੁਕਾਈ ਆ ਉਹ ਚੁਕਾਈ ਟਰੱਕਾਂ ਰਾਹੀਂ ਗੱਲ ਜਾਣੀ ਕਿੱਥੇ ਆ? ਨਹੀਂ, ਸ਼ੰਭੂ ਬਾਰਡਰ ਵੀ ਬੰਦ ਕੀਤਾ, ਟਰੱਕ ਵੀ ਨਹੀਂ ਰੁਕੇ ਜਾ ਰਿਹਾ, ਟੋਲ ਪਲਾਜ਼ੇ ਰੁਕੇ ਜਾ ਰਿਹਾ। ਜੇ ਮਤਲਬ ਰੇਲਾਂ ਵੀ ਬੰਦ ਆ, ਟਰੱਕ ਵੀ ਬੰਦ ਆ, ਤਾਂ ਇਹਦਾ ਮਤਲਬ ਮੰਡੀਆਂ ਵੀ ਠੱਪ ਹੋ ਜਾਣਗੀਆਂ। ਸੋ ਇਸ ਕਰਕੇ ਇੱਕ ਬਹੁਤ ਵੱਡਾ ਕ੍ਰਾਈਸਿਸ ਪੈਦਾ ਹੋ ਰਿਹਾ ਹੈਗਾ। ਇਹਨੂੰ ਸਮਝਦੇ ਆ ਜਿਹੜਾ ਤਿੰਨ ਹਫ਼ਤਿਆਂ ਦਾ ਜਿਹੜਾ ਪੈਰਾਲਾਈਜ਼ ਹੋਇਆ ਸਾਰਾ ਸਿਸਟਮ ਹੈ, ਇਹਨੂੰ ਸਮਝਦੇ ਆ ਗ੍ਰਹਿ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਨੇ ਕਿਹਾ, ਕਿਉਂਕਿ ਗ੍ਰਹਿ ਮੰਤਰਾਲੇ ਦੇ ਵਿੱਚ ਮਿਨਿਸਟਰ ਗ੍ਰਹਿ ਮੰਤਰੀ ਅਮਿਤ ਸ਼ਾਹ ਆ ਜੀ। ਅਮਿਤ ਸ਼ਾਹ ਹੁਣ ਸਿਹਤਯਾਬ ਹੋ ਗਿਆ ਮੁੜ ਕੇ ਫਿਰ ਜੀ, ਤੇ ਧੜੱਲੇਦਾਰ ਆਗੂ ਆ ਬੀਜੇਪੀ ਦਾ, ਉਹਨੂੰ ਜ਼ਿੰਮੇਵਾਰੀ ਸੰਭਾਲੀ ਆ ਵੀ ਇਸ ਮੋਰਚੇ ਦੇ ਨਾਲ ਤੂੰ ਨਜਿੱਠਣ ਦੀ ਕੋਸ਼ਿਸ਼ ਕਰ ਜੀ। ਤੇ ਗ੍ਰਹਿ ਮੰਤਰਾਲੇ ਨੇ ਕਿਸਾਨ ਜਥੇਬੰਦੀ ਨਾਲ ਸੰਪਰਕ ਪੈਦਾ ਕੀਤਾ। ਅੱਜ ਉਹਨਾਂ ਦੀ ਆਪਸ ਵਿੱਚ ਤਾਲਮੇਲ ਚੱਲ ਰਿਹਾ ਤੇ ਉਹਨਾਂ ਦੀ ਅੱਜ ਇਕੱਤਰਤਾ ਹੈਗੀ ਆ ਜਥੇਬੰਦੀਆਂ ਦੀ ਜੀ। ਤੇ ਕੱਲ ਨੂੰ ਮੀਟਿੰਗ ਜਿਹੜਾ ਕਿ ਕੱਲ ਹੋਵੇਗਾ ਵੀਰਵਾਰ ਜੀ, ਵੀਰਵਾਰ ਵਾਲੇ ਦਿਨ ਜਿਹੜੀ ਉਹ ਮੀਟਿੰਗ ਹੋਵੇਗੀ, ਉਹਦੇ ਵਿੱਚ ਕਿਸ ਹੱਦ ਤੱਕ ਉਹ ਪਹੁੰਚਦੇ ਹੈਗੇ ਆ ਇਹਦੇ 'ਤੇ ਭਵਿੱਖ ਨਿਰਭਰ ਕਰੇਗਾ। ਹੋ ਸਕਦਾ ਪਹਿਲਾ ਪੜਾਅ ਇਹ ਹੋਵੇ ਵੀ ਤੁਸੀਂ ਇਸ਼ੂਜ਼ ਜਿਹੜੇ ਸਾਹਮਣੇ ਹੈਗੇ ਆ ਉਹ ਲਿਆਓ ਵੀ ਕੀ ਜਿਹੜੇ ਇਸ਼ੂ ਆ ਤੁਸੀਂ ਹੱਲ ਚਾਹੁੰਦੇ ਕਰਨਾ, ਤੇ ਦੂਜਾ ਵੀ ਗੌਰਮੈਂਟ ਆਪਣਾ ਪੱਖ ਰੁਕੀ ਵੀ ਅਸੀਂ ਆਹ ਸਮਝਦੇ ਹੈਗੇ ਆ, ਤੇ ਉਹਦੇ ਵਿੱਚ ਪੋਸੀਬਲੀ ਉਹ ਰੀਅਸ਼ੋਰੈਂਸ ਕਰਨ ਦੀ ਇਹ ਦੁਬਾਰਾ ਕੋਸ਼ਿਸ਼ ਕਰਦੇ ਪਏ ਅਸੀਂ ਡਾਇਰੈਕਟਲੀ ਤੁਹਾਨੂੰ ਐਜ਼ ਐਗਜ਼ੈਕਟਿਵ ਡਿਸੀਜਨ ਬਤੌਰ ਗਵਰਨਮੈਂਟ ਮੈਮੋਰੈਂਡਮ ਅਸੀਂ ਪੇਸ਼ ਕਰ ਦਿੰਦੇ ਹਾਂ, ਜਿਹਨੂੰ ਕਾਨੂੰਨੀ ਦਰਜਾ ਤਾਂ ਨਹੀਂ ਹੋਊਗਾ ਪਰ ਐਗਜ਼ੈਕਟਿਵ ਦਰਜਾ ਹੋਏਗਾ ਵੀ ਜਿੰਨਾ ਚਿਰ ਸਾਡੀ ਸਰਕਾਰ ਆ ਉਹਨਾਂ 'ਚ ਸਮਰਥਨ ਪ੍ਰਾਈਸ ਜਿਹੜੀ ਹੈ MSP ਉਹ ਵੀ ਕਾਇਮ ਰਹੇਗੀ। ਮੰਡੀਆਂ ਦੇ ਵਿੱਚੋਂ ਫੂਡ ਕਾਰਪੋਰੇਸ਼ਨ ਆਫ ਇੰਡੀਆ ਸਾਰਾ ਅਨਾਜ ਵੀ ਚੱਕੇਗੀ, ਤੇ ਜਿਹੜੀਆਂ ਮੰਡੀਆਂ ਉਹਨੂੰ ਅਸੀਂ ਖਤਮ ਨਹੀਂ ਕਰਦੇ। ਪਰ ਇਹ ਤਾਂ ਵੈਸੇ ਕਿਸਾਨ ਕਹਿੰਦੇ ਆ ਕਿ 2024 ਤੱਕ ਇਹਨਾਂ ਨਹੀਂ ਖਤਮ ਕਰਨੀਆਂ, ਨਾ ਵੀ ਦੇਣ, ਪਰ ਉਦੋਂ ਬਾਅਦ ਮੇਰਾ ਮਤਲਬ ਕਹਿਣ ਦਾ ਵੀ ਜਿਹੜਾ ਪਹਿਲਾ ਪੜਾਇਆ ਉਹ ਇਹ ਹੋ ਸਕਦਾ, ਅੱਗੇ ਅਖਬਾਰਾਂ ਰਾਹੀਂ ਗੱਲਾਂ ਹੁੰਦੀਆਂ ਸੀ ਜਾਂ ਇੱਕ ਦੀ ਚਿੱਠੀ ਹੋਈ ਆ ਜਾਂ ਆਪਣੇ ਹੋਏ ਆ ਕਿ ਉਹ ਭਾਸ਼ਣ ਤਕਰੀਰਾਂ, ਹੁਣ ਅਸੀਂ ਤੁਹਾਨੂੰ ਸਰਕਾਰ ਦਾ ਮੈਮੋਰੈਂਡਮ ਦੇ ਦਿੰਦੇ ਆ ਜਿਹਦੀ ਮਤਲਬ ਐਗਜ਼ੈਕਟਿਵ ਪਾਵਰ ਹੋਏਗੀ, ਕਿਉਂਕਿ ਸਰਕਾਰ ਦੀ ਮੈਜੋਰਟੀ ਆ ਪਾਰਲੀਮੈਂਟ ਦੇ ਵਿੱਚ। ਉਹ ਕਹਿਣਗੇ ਵੀ ਦੇਖੋ ਵੀ ਇਹ ਤੋਂ ਅਸੀਂ ਹਿੱਲਣ ਨਹੀਂ ਲੱਗੇ, ਪਰ ਕਿਸਾਨ ਜਥੇਬੰਦੀਆਂ ਦੀ ਜਿਹੜੀ ਲੀਡਰਸ਼ਿਪ ਹੈ ਇਹ ਡਿਪੈਂਡ ਕਰਦਾ ਵੀ ਕਿੰਨੇ ਵਧੀਆ ਮਾਹਰ ਇਹ ਨਾਲ ਲੈ ਕੇ ਜਾਂਦੇ ਆ, ਕਿਉਂਕਿ ਉਹਨਾਂ ਦੇ ਜਿਹੜੇ ਸਿਵਲ ਸਰਵੈਂਟ ਆ ਉਹਨਾਂ ਨੇ ਇਹਨੂੰ ਡੇਟਾ ਵੀ ਸਾਰਾ ਪੇਸ਼ ਕਰਨਾ, ਉਹ ਕਨਵਿੰਸ ਕਰਨ ਦੀ ਵੀ ਕੋਸ਼ਿਸ਼ ਕਰਨਗੇ, ਉਹਨਾਂ ਦੇ ਕੋਲ ਪਹਿਲਾਂ ਕੇਸ ਤਿਆਰ ਹੁੰਦਾ ਹੈ, ਤੇ ਡਿਪੈਂਡ ਕਰਦਾ ਵੀ ਇਹਨਾਂ ਦੇ ਜਿਹੜੇ ਮਾਹਰ ਆ ਉਹ ਕਿਸ ਹੱਦ ਤੱਕ ਉਹਨਾਂ ਦੇ ਨਾਲ ਨੈਗੋਸ਼ੀਏਟ ਅਰਾਊਂਡ ਦਾ ਟੇਬਲ ਕਰ ਸਕਦੇ ਆ। ਇਹਨਾਂ ਨੇ ਇਸ ਗੱਲ ਤੇ ਜ਼ੋਰ ਦੇਣਾ ਵੀ ਇਹਨੂੰ ਤੁਸੀਂ ਕਾਨੂੰਨੀ ਦਿਓ ਸ਼ਕਲ ਜੀ, ਕਾਨੂੰਨੀ ਸ਼ਕਲ ਉਹ ਦੇਣ ਲਈ ਸੰਭਵ ਆ ਫਿਰ ਰੈਫਰ ਕਰ ਦੇਣ ਕਿਸੇ ਕਮੇਟੀ ਨੂੰ ਜਾਂ ਕਿਸੇ ਕਮਿਸ਼ਨ ਨੂੰ, ਜਿਹੜਾ ਮਤਲਬ ਇਹ ਰਿਕਮੈਂਡੇਸ਼ਨ ਆ ਫਿਰ ਗਵਰਨਮੈਂਟ ਨੂੰ ਦੇਵੇ ਜੀ। ਦੂਜਾ ਮਤਲਬ ਇਹ ਤੋਂ ਚੰਗਾ, ਪਹਿਲੇ ਨਾਲੋਂ ਚੰਗਾ ਇਹ ਹੋ ਸਕਦਾ, ਇਹਦੇ ਚੰਗਾ ਇਹ ਸਕਦਾ ਵੀ ਗਵਰਨਮੈਂਟ ਕੰਸੀਡ ਕਰ ਜਾਵੇ ਵੀ ਅਸੀਂ ਠੀਕ ਆ ਵੀ ਅਸੀਂ ਬਰੀਫ ਅਮੈਂਡਮੈਂਟ ਲੈ ਆਉਂਦੇ ਹਾਂ ਜਿਹਦੇ ਵਿੱਚ ਕੀਮਤਾਂ, ਪ੍ਰੋਕਿਊਰਮੈਂਟ ਤੇ ਮੰਡੀਆਂ ਉਹ ਸੁਰੱਖਿਅਤ ਜਿਹੜੀਆਂ ਦੋ ਚੀਜ਼ਾਂ ਕਿਸਾਨ ਕਹਿੰਦੇ ਪਾ ਦੇਣ। ਹਾਂ, ਉਹਦੇ ਵਿੱਚ ਬਾਕੀ ਜਿਹੜਾ ਉਹ ਕਹਿੰਦੇ ਆ ਕਾਨੂੰਨ ਉਹਨਾਂ ਦੇ ਵਿੱਚ ਐਡਾ ਲੰਮਾ ਪੰਜਾਬ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਆਪਾਂ ਨੂੰ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਕੋਈ ਵੀ ਅਦਾਰਾ ਕਾਰਪੋਰੇਟ ਇਹਨਾਂ ਕਾਨੂੰਨਾਂ ਦੇ ਮੁਤਾਬਕ ਮੈਂ ਉਹ ਕਾਫੀ ਉਹਦਾ ਜਿਹੜਾ ਇਹ ਅੰਦੋਲਨ ਅਸਲ 'ਚ ਪੰਜਾਬ ਤੇ ਹਰਿਆਣਾ 'ਚ ਹੀ ਜ਼ਿਆਦਾ ਭਖਿਆ ਆ, ਬੇਸ਼ੱਕ ਹੈ ਆਂਧਰਾ 'ਚ ਵੀ ਹੈਗਾ ਆ, ਮਹਾਰਾਸ਼ਟਰ 'ਚ ਵੀ ਹੈਗਾ ਆ, ਯੂਪੀ ਦੇ ਕੁਛ ਹਿੱਸੇ 'ਚ ਵੀ ਹੈਗਾ ਆ, ਪਰ ਪੰਜਾਬ ਤੇ ਹਰਿਆਣਾ 'ਚ ਬਹੁਤ ਜ਼ਿਆਦਾ। ਇਹਦੇ ਵੀ ਕੀ ਕਾਰਨ ਹੈ? ਵੱਡੀ ਕਾਰਨ ਵੀ ਪੰਜਾਬ ਦੀ ਆਰਥਿਕਤਾ ਦਾ ਧੁਰਾ ਹੀ ਇਹੋ ਆ ਜੀ। ਫੂਡ ਕਾਰਪੋਰੇਸ਼ਨ ਆਫ ਇੰਡੀਆ ਦੀ ਜਿਹੜੀ ਆਮਦਨ ਆ ਤੇ ਸੈਂਟਰਲ ਗਵਰਨਮੈਂਟ ਦੀ ਜਿਹੜੀ ਆਮਦਨ ਆ ਉਹ ਤਕਰੀਬਨ 1 ਲੱਖ ਕਰੋੜ ਰੁਪਏ ਦੇ ਬਰਾਬਰ ਆ ਸਾਲਾਨਾ ਜੀ। ਉਹ ਜਿਹੜਾ 1 ਲੱਖ ਕਰੋੜ ਰੁਪਈਆ ਹੈਗਾ ਉਹ ਰੂਰਲ ਪੰਜਾਬ ਨੂੰ ਜਾਂਦਾ ਜੀ। ਉਸ ਰੂਰਲ ਪੰਜਾਬ ਦੇ ਨਾਲ ਪਿੰਡਾਂ ਦੀ ਜ਼ਿੰਦਗੀ ਚੱਲਦੀ ਹੈ, ਉਹਦੇ ਨਾਲ ਇਹ ਕਸਬਿਆਂ ਤੇ ਸ਼ਹਿਰਾਂ ਦੀ ਜ਼ਿੰਦਗੀ ਚੱਲਦੀ ਹੈ, ਕਿਉਂਕਿ ਖਰੀਦੋ ਫਰੋਖਤ ਤਾਂ ਸਾਰੀ ਸ਼ਹਿਰਾਂ ਦੇ ਵਿੱਚ ਹੋਣੀ ਹੈ ਨਾ ਜੀ। ਬਾਕੀ ਪਹਿਲੂ ਆਪਾਂ ਫਿਰ ਵਿਚਾਰ ਲੈਂਦੇ ਹਾਂ। ਇੱਦਾਂ ਹੀ ਹਰਿਆਣੇ ਦੇ ਵਿੱਚ ਆ, ਤਕਰੀਬਨ ਦੋਹਾਂ ਸਟੇਟਾਂ ਦੇ ਵਿੱਚ ਜਾਂ ਜਿੱਥੇ ਵੀ ਲਾ ਲਓ ਤਕਰੀਬਨ 2.5 ਲੱਖ ਕਰੋੜ ਰੁਪਈਆ ਜਿਹੜਾ ਉਹ ਰੂਰਲ ਇੰਡੀਆ ਦੇ ਵਿੱਚ ਜਾ ਰਿਹਾ ਇਸ ਪਹਿਲੂ ਤੋਂ। ਉਹ ਜਿਹੜਾ ਪੈਸਾ ਆ ਉਹ 'ਤੇ ਜੇ ਸਵਾਲੀਆ ਨਿਸ਼ਾਨ ਲੱਗ ਜਾਵੇ
ਤੇ ਫਿਰ ਲੋਕਾਂ ਦੇ ਵਿੱਚ ਅਨਸੁਰੱਖਿਅਤਾ ਜਿਹੜੀ ਆਉਣੀ ਹੈ। ਜੀ। ਇਸ ਕਰਕੇ ਜਿਹੜਾ ਅੰਦੋਲਨ ਆ, ਰਿਐਕਸ਼ਨ ਆ, ਉਹ ਇਸ ਕਰਕੇ ਹੈਗਾ ਕਿ ਜਿਹੜੀਆਂ ਆਪਣੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਕਿਸਾਨਾਂ ਨੂੰ ਅਲਰਟ ਕਰਤਾ ਵੀ ਜੋ ਤੁਹਾਨੂੰ ਪੈਸਾ ਅੱਜ ਮਿਲਦਾ ਤੁਹਾਡੀ ਖਰੀਦ ਹੁੰਦੀ ਹੈ, ਇਹਦੀ ਕਾਹਨੂੰ ਕੋਈ ਗਰੰਟੀ ਨਹੀਂ। ਜੀ। ਇਹਦੇ ਨਾਲ ਸਾਰੇ ਭੜਕਾਟ ਪੈਦਾ ਹੋਈ ਹੈ। ਜੀ, ਤੇ ਜਿਵੇਂ ਤੁਸੀਂ ਦੱਸਿਆ ਕਿ 250 ਕਰੋੜ ਦੇ ਨੇੜੇ ਤੇੜੇ ਆਪਾਂ ਹਾਂਜੀ। ਰਾਉਂਡ ਫਿਗਰ ਦੀ ਗੱਲ ਕਰ ਰਹੇ ਵੱਧ ਵੀ ਹੋ ਸਕਦਾ, ਘੱਟ ਵੀ ਹੋ ਸਕਦਾ। ਉਹ ਜੇ ਪੂਰੇ ਇੰਡੀਆ 'ਚ ਜਾ ਰਿਹਾ ਆ ਹਾਂਜੀ, ਤੇ ਸਮਝ ਲਓ ਕਿ 100 ਕਰੋੜ ਉਹਦੇ ਚੋਂ ਇਕੱਲੇ ਪੰਜਾਬ ਤੇ ਹਰਿਆਣਾ ਚ ਆ। ਹਾਂ ਬਿਲਕੁਲ ਬਿਲਕੁਲ। ਇਹਦਾ ਮਤਲਬ ਯਾਨੀ 1 ਲੱਖ ਕਰੋੜ 1 ਲੱਖ ਕਰੋੜ ਦੇ ਨੇੜੇ, ਤੇ ਮੈਂ ਉਹ ਕਹਾਂ ਵੀ 40% ਟੋਟਲ ਦਾ, ਕਿਉਂਕਿ 70,000 ਕਰੋੜ ਰੁਪਏ ਦੇ ਬਰਾਬਰ ਤਾਂ ਤਕਰੀਬਨ ਕਣਕ ਦਾ ਝੋਨਾ ਇਕੱਲਾ ਖਰੀਦੇ ਜਾਂਦੇ ਆ ਜੀ। ਤੇ ਬਾਕੀ ਫਸਲਾਂ ਵੀ ਕਾਫੀ ਹੈਗੀਆਂ, ਫਿਰ ਬਿਜਲੀ ਦੀ ਸਬਸਿਡੀ ਹੈਗੀ ਆ, ਫਿਰ ਇਨਡਾਇਰੈਕਟ ਹੋਰ ਸਾਰੀਆਂ ਸਬਸਿਡੀ ਹੈਗੀਆਂ। ਉਹ ਸਾਰਾ ਤੁਸੀਂ ਜਿਹੜੇ ਕੰਪੋਜ਼ਿਟ ਇਨਪੁਟ ਆ ਉਹ ਲੱਖ ਕਰੋੜ ਦੇ ਰੁਪਏ ਦੇ ਬਰਾਬਰ ਆ ਜਾਂਦੀ ਹੈ। ਜੀ, ਇਹ ਇਕੱਲੀ ਪੰਜਾਬ 'ਚ ਯਾਨੀ ਪੂਰੇ ਹਿੰਦੁਸਤਾਨ ਜਿੰਨਾ ਪੈਸਾ ਕਿਸਾਨਾਂ ਲਈ ਖਰਚਿਆ ਜਾਂਦਾ ਆ ਉਹਦਾ 40 ਤੋਂ 50% ਦੇ ਨੇੜੇ ਤੇੜੇ ਇਕੱਲਾ ਪੰਜਾਬ ਤੇ ਹਰਿਆਣਾ 'ਚ ਖਰਚਿਆ ਜਾਂਦਾ। ਪਰ ਉਹਦੇ ਵਿੱਚ ਇਹਦਾ ਜਿਹੜਾ ਦੂਜਾ ਪਹਿਲੂ ਦੇਖੀਏ, ਹਾਂਜੀ, ਜੇ ਮਤਲਬ ਵੀ ਭਾਰਤ ਸਰਕਾਰ ਨੂੰ ਇਹ ਪੈਸਾ ਰੜਕਦਾ ਆ ਵੀ ਬਜਟ ਬਹੁਤ ਇਧਰ ਜਾ ਰਿਹਾ, ਹਾਂਜੀ, ਤੇ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਜਿਹੜੇ ਇੰਡਸਟਰੀਲਿਸਟ ਆ, ਹਾਂਜੀ, ਜਿਹੜੇ ਵੱਡੇ ਵਪਾਰੀ ਆ, ਜਿਹੜੇ ਟ੍ਰੇਡਰ ਆ, ਉਹ ਇੰਨਾ ਪੈਸਾ ਸਾਲਾਨਾ ਬੈਂਕਾਂ ਦਾ ਉਦਾਂ ਹੀ ਲੁੱਟ ਰਹੇ ਆ। ਲੁੱਟ ਤੋਂ ਭਾਵ ਇਹ ਹੈਗਾ ਕਿ ਕੰਪਨੀਆਂ ਸਥਾਪਿਤ ਹੋਣੀਆਂ, ਉਹ ਕੰਪਨੀਆਂ ਬੈਂਕਾਂ ਤੋਂ ਪੈਸਾ ਉਧਾਰ ਲੈਂਦੀਆਂ, ਜੀ, 1000 ਕਰੋੜ ਨਹੀਂ, ਕਈ 2000 ਹਜ਼ਾਰ ਕਰੋੜ ਨਹੀਂ, ਹਜ਼ਾਰਾਂ ਕਰੋੜ ਰੁਪਈਆ, ਲੱਖਾਂ ਕਰੋੜ। ਨੂੰ ਪਤਾ ਵੀ 4-5 ਸਕੈਂਡਲ ਤਾਂ ਅਦਾਲਤਾਂ ਦੇ ਵਿੱਚ ਹੁਣ ਚੱਲ ਰਿਹਾ ਹੈ, ਯੂਕੇ ਦੀਆਂ ਅਦਾਲਤਾਂ ਚੱਲ ਰਿਹਾ, ਠੀਕ ਹੈ ਨਾ। ਹਾਂਜੀ। ਉਹ ਜਿਹੜਾ ਪੈਸਾ ਹੈਗਾ ਤੁਸੀਂ ਜਮ੍ਹਾਂ ਕਰ ਲਓ, ਜਿੰਨੇ ਮਤਲਬ ਵੀ ਬੈਂਕਾਂ ਦੇ ਅਦਾਰੇ ਆ, ਇਸ ਪੈਸੇ ਨੂੰ ਕਿਤੇ ਵੱਧ ਜਾਂਦਾ। ਜੀ, ਸੋ ਇਸ ਕਰਕੇ ਜੇ ਮਤਲਬ ਵੀ ਕਿਸਾਨ ਜੇ ਲਊਗਾ ਵੀ ਕਿਤੇ ਕਰਜ਼ਾ ਵੀ ਲਊਗਾ, ਕਿਸਾਨ ਤਾਂ ਕਿਤੇ ਭੱਜ ਨਹੀਂ ਸਕਦਾ, ਨਾ ਜ਼ਮੀਨ ਚੱਕ ਕੇ ਦੌੜ ਸਕਦਾ। ਬਿਲਕੁਲ, ਜ਼ਮੀਨ ਤੇ ਕਰਜ਼ਾ ਲਿਆ ਹੁੰਦਾ, ਜ਼ਮੀਨ ਤੋਂ ਭੱਜ ਨਹੀਂ ਸਕਦਾ, ਕਿਸਾਨ ਤਾਂ ਕਿਤੇ ਜਾ ਹੀ ਨਹੀਂ ਸਕਦਾ ਨਾ। ਹਾਂ ਬਿਲਕੁਲ ਬਿਲਕੁਲ। ਤੇ ਹੁਣ ਇਹ ਮਤਲਬ ਵੀ ਜਿਹੜਾ ਇਸ਼ੂ ਹੈਗਾ ਸਾਰਿਆਂ ਤੋਂ ਵੱਡਾ ਉਹ ਹੀ ਹੈਗਾ ਕਿ ਉਹਨਾਂ ਦੇ ਕੋਲ 3 ਸਾਲ ਦਾ ਭੰਡਾਰ ਜਮ੍ਹਾਂ ਪਿਆ। ਜੀ, ਜੇ ਮਤਲਬ ਵੀ ਤੁਸੀਂ ਹੱਲ ਦੀ ਗੱਲ ਕੀਤੀ ਨਾ ਵੀ ਇਹਦਾ ਹੱਲ ਕੀ ਨਿਕਲੇ, ਸੰਭਾਵਨਾ ਹੈ ਜਾਂ ਨਹੀਂ। ਹਾਂਜੀ, ਅਗਰ ਹੱਲ ਨਾ ਨਿਕਲਿਆ ਜੀ, ਤੇ ਇਹ ਪੰਜਾਬ ਲਈ ਵੀ ਬੜਾ ਦੁਖਦਾਈ ਹੋ ਸਕਦਾ ਔਰ ਗਵਰਨਮੈਂਟ ਲਈ ਵੀ ਬੜਾ ਦੁਖਦਾਈ ਹੋ ਸਕਦਾ। ਉਹ ਮੈਂ ਇਸ ਕਰਕੇ ਕਹਿ ਰਿਹਾ ਕਿ ਗਵਰਨਮੈਂਟ ਸਸਟੇਨ ਕਰ ਸਕਦੀ ਹੈ, ਪ੍ਰੋਲੋਂਗ ਕਰ ਸਕਦੀ ਹੈ, ਕਿਉਂਕਿ ਉਹਨਾਂ ਨੂੰ ਨਾ ਅਨਾਜ ਦੀ ਘਾਟ ਹੈਗੀ ਗੋਦਾਮਾਂ ਦੇ ਵਿੱਚ, ਨਾ ਮਤਲਬ ਵੀ ਉਹਨਾਂ ਨੂੰ ਇਸ ਵੇਲੇ ਲੋੜ ਹੀ ਹੈਗੀ ਹੈ। ਜੀ, ਕਿਉਂਕਿ ਉਹਨਾਂ ਨੇ 3 ਮਹੀਨੇ 6 ਮਹੀਨੇ ਸਾਲ ਕੱਢਣਾ ਹੋਣ ਤਾਂ ਉਹ ਕੱਢ ਸਕਦੇ ਆ, ਜੀ, ਉਹਨਾਂ ਕੋਲ ਰਿਜ਼ਰਵ ਬਹੁਤ ਹੈਗੀ ਆ। ਜੀ, ਜਿਹੜਾ ਨੁਕਸਾਨ ਹੈ ਉਹ ਸਭ ਤੋਂ ਵੱਡਾ ਕਿਸਾਨ ਨੂੰ, ਜ਼ਿਮੀਂਦਾਰ ਨੂੰ, ਪਿੰਡਾਂ ਨੂੰ ਹੋ ਰਿਹਾ, ਕਿਉਂਕਿ ਇਸ ਵੇਲੇ ਆਵਾਜਾਈ ਵੀ ਪੈਰਾਲਾਈਜ਼ ਹੈਗੀ ਆ, ਜੀ, ਤੇ ਨਾਲ ਕੋਵਿਡ ਇਸ਼ੂ ਕਰਕੇ ਪਿਛਲੇ 6 ਮਹੀਨਿਆਂ ਦੇ ਵਿੱਚ ਵੀ ਕਾਰੋਬਾਰ ਠੱਪ ਹੈਗੇ ਆ, ਤੇ ਇਹਦੇ ਨਾਲ ਬਹੁਤ ਵੱਡਾ ਕ੍ਰਾਈਸਿਸ, ਸਿਵਲ ਅਨਰੈਸਟ ਪੈਦਾ ਹੋ ਸਕਦੀ ਹੈ। ਇਸੇ ਕਰਕੇ ਮੈਂ ਸਮਝਦਾ ਕਿ ਗਵਰਨਮੈਂਟ ਨੇ ਇਹ ਜਿਹੜੀ ਮੀਟਿੰਗ ਆ ਅੱਜ ਇਨੀਸ਼ੀਏਟ ਕੀਤੀ ਹੈ, ਕੱਲ੍ਹ ਨੂੰ ਹੋਣ ਦੀ ਸੰਭਾਵਨਾ ਹੈਗੀ ਹੈ, ਤੇ ਇਹ ਬਹੁਤ ਵੱਡੇ ਇਸ਼ੂ ਹੈਗੇ ਆ। ਤੇ ਰਾਜਨੀਤਿਕ ਤੌਰ ਤੇ ਰਾਜਨੀਤਿਕ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਪਹਿਲੂ ਆਪਣੇ ਤੌਰ ਤੇ ਹੈਗੇ ਆ। ਉਹਨਾਂ ਨੂੰ ਦੇਖਣ ਵਾਲੀ ਗੱਲ ਹੈਗੀ ਕਿ ਇਹਨਾਂ ਨੇ ਪਹਿਲਾਂ ਕਹਿੰਦੇ ਸੀਗੇ ਆਪਣੇ ਮੁੱਖ ਮੰਤਰੀ ਸਾਹਿਬ ਵੀ ਮੇਰੇ ਨਾਲ ਚਲੋ ਵੀ ਮੈਂ ਗੱਲ ਕਰਾਉਣਾ ਮੋਦੀ ਸਾਹਿਬ ਨਾਲ ਤੁਹਾਡੀ, ਫਿਰ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਵੀ ਮੇਰੇ ਨਾਲ ਚਲੋ ਮੈਂ ਗੱਲ ਕਰਾਉਣਾ ਸਾਰੀ, ਹੰਸਰਾਜ ਕਹ ਰਿਹਾ ਮੈਂ ਕਰਾਉਂਦਾ, ਫਿਰ ਬੀਜੇਪੀ ਵਾਲੇ ਕਹਿਣ ਲੱਗ ਪਏ ਵੀ ਮੈਂ ਚਲਾਉਣਾ, ਕਿਸੇ ਦੀ ਲੋੜ ਨਹੀਂ। ਸਿੱਧੀ ਮਤਲਬ ਵੀ ਸਰਕਾਰ ਦੀ ਜਿਹੜੀ ਗੱਲਬਾਤ ਆ ਹੋਮ ਮਿਨਿਸਟਰੀ ਕਿਸਾਨ, ਉੱਥੇ ਲਾਜ਼ਮੀ ਤੌਰ ਤੇ ਜਿਹੜਾ ਐਗਰੀਕਲਚਰ ਮਿਨਿਸਟਰ ਆ ਨਰਿੰਦਰ ਸਿੰਘ ਤੋਮਰ, ਉਹ ਤੇ ਬਾਕੀ ਸਾਰੇ ਉਹਨਾਂ ਦੇ ਜਿਹੜੇ ਚੀਫ ਸੈਕਟਰੀ ਆ ਉਹ ਹੋਣਗੇ। ਸੋ ਇਹ ਮਤਲਬ ਕਿ ਵਧੀਆ ਫੋਰਮ ਹੈਗਾ। ਇਹ ਠੀਕ ਹੈ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਪਿੱਛੋਂ ਸਪੋਰਟ ਕਰਨ, ਆਪਣੀ ਜਿਹੜੀ ਐਕਸਪਰਟੀਜ਼ ਹੈ, ਆਪਣੀ ਸਮਝ ਆ, ਆਪਣਾ ਜੋ ਵੀ ਉਹ ਪ੍ਰੈਸ਼ਰ ਵਰਤ ਸਕਦੇ ਆ ਉਹ ਵਰਤਣਾ ਚਾਹੀਦਾ। ਪਰ ਇਹਦਾ ਕੋਈ ਨਾ ਕੋਈ ਆਪਾਂ ਇੱਕ ਕਿਸਮ ਦੀ ਉਮੀਦ ਤੇ ਅਰਦਾਸ ਕਰਦੇ ਹਾਂ ਵੀ ਇਹਦੇ ਵਿੱਚ ਕੋਈ ਨਾ ਕੋਈ ਜਿਹੜਾ ਪਾਉਂਦਾ ਹੱਲ ਆ ਜਿਹਦੇ ਨਾਲ ਕਿਸਾਨ ਜਥੇਬੰਦੀਆਂ ਸਹਿਮਤ ਹੋਣ, ਉਹ ਹਾਲੇ ਦੇ ਵਿੱਚੋਂ ਨਿਕਲ ਆਵੇ। ਜੀ, ਇੱਕ ਸਵਾਲ ਪੈਦਾ ਹੁੰਦਾ ਜਿਹੋ ਜੀ ਪੰਜਾਬ ਦੀ ਹਾਲਾਤ ਆ ਉਹਨਾਂ ਨਾਲ ਵੀ ਫਰਜ਼ ਕਰੋ ਸਾਰੇ ਕਾਨੂੰਨ ਵੀ ਵਾਪਸ ਹੋ ਜਾਣ, ਕਿਉਂਕਿ ਜਿੱਦਾਂ ਅਮਿਤ ਸ਼ਾਹ ਨੇ ਹੁਣ ਗੱਲ ਕਰਨੀ ਆ ਉਹਦੇ 'ਚ ਪੰਜਾਬ 'ਚ ਚਾਹੁੰਦੇ ਆ, ਪੰਜਾਬ ਪੂਰੇ ਹਿੰਦੁਸਤਾਨ 'ਚ ਮੋਦੀ ਲਹਿਰ ਚੱਲਣ ਦੇ ਬਾਵਜੂਦ ਵੀ ਪੰਜਾਬ 'ਚ ਉਹਨਾਂ ਨੂੰ ਕੋਈ ਬਾਹਲੀ ਵੋਟ ਨਹੀਂ ਮਿਲ ਸਕੀ। ਅੱਛਾ, ਉਹ ਸਗੋਂ ਭਾਈਵਾਲ ਹੁੰਦਾ ਵੀ ਸਰਕਾਰ ਨਹੀਂ ਬਣਾ ਸਕੇ, ਜੇ ਹੁਣ ਇਕੱਲੇ ਹੋਣਗੇ ਤੇ ਕਿੱਦਾਂ ਬਣਾਉਣਗੇ। ਤੇ ਉਹ ਚਾਹੁੰਦੇ ਵੀ ਪੰਜਾਬ ਤੇ ਹਰਿਆਣੇ ਦੇ ਵਿੱਚ ਹਰਿਆਣੇ ਦੀ ਸਰਕਾਰ ਉਹਨਾਂ ਬਣਾ ਲਈ, ਪਰ ਉਹ ਵੀ ਇਕੱਲੇ ਨਹੀਂ ਬਣਾ ਸਕੇ, ਇਹ ਡਿੱਗਣ ਡੋਲੇ ਖਾਂਦੀ ਸਰਕਾਰ ਆ। ਸੋ ਚਾਹੁੰਗੇ ਕਿ ਪੰਜਾਬ ਤੇ ਹਰਿਆਣੇ ਦੇ ਵਿੱਚ ਹਰ ਪਾਰਟੀ ਚਾਹੁੰਦੀ ਸਾਡੀ ਇੱਥੇ ਗੱਲ ਚੱਲੇ, ਬਾਰਡਰ ਸਟੇਟ ਆ ਜਿਹਦੀ ਸੈਂਟਰੀ ਸਰਕਾਰ ਉਹੀ ਇੱਥੇ ਹੋਵੇ ਤੇ ਫਾਇਦੇਮੰਦ ਵੀ ਉਹਨਾਂ ਲਈ ਵੀ ਆ, ਸੂਬੇ ਲਈ ਵੀ ਹੁੰਦੀ ਆਮ ਤੌਰ ਤੇ।
ਤੇ ਭਾਜਪਾ ਚਾਹੂਗੀ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਪੈਰ ਲੱਗਣ। ਹਾਂਜੀ। ਉਹਦੇ ਲਈ ਉਹਨਾਂ ਨੇ ਯਤਨ ਵੀ ਪਿਛਲੇ ਸਮੇਂ 'ਚ ਬਹੁਤ ਕੀਤੇ ਆ, ਹਾਂਜੀ। ਹਰਿਆਣੇ 'ਚ ਵੀ ਚੰਗੀ ਤਰ੍ਹਾਂ ਲੱਗ ਜਾਣ ਪੂਰੀ ਤਰ੍ਹਾਂ, ਤੇ ਹੂੰ। ਪੰਜਾਬ 'ਚ ਵੀ ਲੱਗ ਜਾਣ। ਤੇ ਉਹਦੇ ਲਈ ਜੇ ਹੁਣ ਅਮਿਤ ਸ਼ਾਹ ਦੀ ਤੇ ਕਿਸਾਨਾਂ ਦੀ ਸਿੱਧੀ ਗੱਲ ਹੁੰਦੀ ਤੇ ਕਿਸਾਨਾਂ ਦੇ ਕਦੇ ਅਮਿਤ ਸ਼ਾਹ ਦਿਲ ਜਿੱਤ ਲੈਂਦਾ, ਹਾਂਜੀ ਤੇ ਭਾਜਪਾ ਨੂੰ ਵੀ ਪੰਜਾਬ 'ਚ ਦੇਖੋ ਖਿਆਲ ਲੱਗਣ ਦਾ ਉਹਦਾ- ਸਮਾਂ ਹੋ ਸਕਦਾ। ਹਾਂਜੀ। ਹਾਂ, ਸ਼੍ਰੋਮਣੀ ਸੋ- ਅਕਾਲੀ ਦਲ ਦੇ ਭਾਰਤੀ ਜਨਤਾ ਪਾਰਟੀ ਚੋਂ ਜਾਂ ਇੰਡੀਆ ਗਵਰਨਮੈਂਟ ਚੋਂ ਬਾਹਰ ਨਿਕਲਣ ਦੇ ਨਾਲ ਹਾਂਜੀ, ਉਹਨਾਂ ਦਾ ਬੜਾ ਪ੍ਰੈਸ਼ਰ ਆ। ਸ਼੍ਰੋਮਣੀ ਅਕਾਲੀ ਦਲ ਨੂੰ ਤੇ ਇਹ ਹੋ ਗਿਆ ਕਿ ਅਸੀਂ ਬਾਹਰ ਪਬਲਿਕ ਦੇ ਵਿੱਚ ਇੰਡੀਪੈਂਡੈਂਟਲੀ ਗੱਲ ਕਰ ਸਕਦੇ ਹਾਂ, ਸਾਨੂੰ ਜੀ। ਡਿਫੈਂਸਿਵ ਹੋਣ ਦੀ ਲੋੜ ਜੀ। ਨਹੀਂ, ਅਸੀਂ ਆਫੈਂਸਿਵ ਹੋ ਸਕਦੇ ਹਾਂ। ਜੀ। ਭਾਰਤੀ ਜਨਤਾ ਪਾਰਟੀ ਸਾਡੀ ਰਿਸਟ੍ਰਿਕਟਡ ਸੀਗੀ, ਹਾਂਜੀ। ਸਾਨੂੰ ਖੋੜ ਮਿਲ ਗਈ ਹੈ ਵੀ ਅਸੀਂ ਜੋ ਕਰਦੇ ਹਾਂ ਅਸੀਂ ਕਹਿ ਸਕਦੇ ਵੀ ਬਤੌਰ ਇੰਡੀਆ ਗਵਰਨਮੈਂਟ, ਬਤੌਰ ਬੀਜੇਪੀ ਅਸੀਂ ਕਰ ਰਹੇ ਹਾਂ। BJP ਕਰ ਰਿਹਾ, ਵੀ ਅਕਾਲੀ ਦਲ ਸਾਡੇ ਨੂੰ ਕੋਈ ਫਾਇਦਾ ਕੋਈ ਮਤਲਬ ਵੀ ਵਿਚੋਲਗੀ ਦੀ ਲੋੜ ਨਹੀਂ ਹੈ। ਬਿਲਕੁਲ। ਤੇ ਇਹਦੇ ਵਿੱਚ ਤੁਹਾਡੇ ਇਸ ਗੱਲ ਨੂੰ ਕੰਪਲੀਟ ਕਰਨ ਵਾਸਤੇ ਮੈਨੂੰ ਇਹ ਲੱਗਦਾ ਹੈਗਾ ਕਿ ਆਉਂਦੇ 1.5 ਸਾਲ ਦੇ ਵਿੱਚ ਪਹਿਲਾਂ ਇਸ ਗੱਲ ਤੇ ਅਸੰਪਸ਼ਨ ਆ ਵੀ ਹਾਂਜੀ। ਉਹਨਾਂ ਦਾ ਕੋਈ ਨਾ ਕੋਈ ਹੱਲ ਨਿਕਲਿਆ ਵੇ। ਜੀ ਹੱਲ ਨਿਕਲਾ। ਜੇ ਹੱਲ ਨਿਕਲਿਆ ਆਉਂਦਾ, ਹੂੰ, ਹੂੰ। ਬੀਜੇਪੀ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਦੇਖਣਗੇ ਕਿ ਪੰਜਾਬ ਦੇ ਜਿਹੜੇ ਵਧੀਆ ਮਾਹਰ ਆ, ਚਾਹੇ ਉਹ ਐਜੂਕੇਸ਼ਨ 'ਚ ਆ, ਚਾਹੇ ਉਹ ਐਗਰੀਕਲਚਰ 'ਚ ਆ, ਚਾਹੇ ਸਾਇੰਸ ਦੇ ਵਿੱਚ ਆ, ਹਾਂਜੀ। ਚਾਹੇ ਇੰਜੀਨੀਅਰਿੰਗ ਦੇ ਵਿੱਚ ਆ, ਉਹ ਲੱਭੇ ਜਾਣ ਜਿਹੜੇ ਬਚਾਉਣ ਨੂੰ ਤਿਆਰ ਆ। ਹਾਂਜੀ। ਹਾਂਜੀ। ਇਸੇ ਤਰ੍ਹਾਂ ਜਿਹੜੇ ਕਲਾਕਾਰ ਭਾਈਚਾਰੇ ਦੇ ਵਿੱਚੋਂ ਨਾਲ ਜੁੜਨਾ ਚਾਹੁੰਦੇ ਉਹ ਜੁੜਨ। ਜੀ। ਫਿਰ ਜਿਹੜੀਆਂ ਤੁਰੇ ਫਿਰਦੇ ਬਹੁਤ ਸਾਰੇ ਇੰਡੀਵਿਜੂਅਲ ਅਪਰਚੂਨਿਸਟ ਕਿਸਾਨ ਯੂਨੀਅਨ ਨਾਲ ਜੁੜਨ ਬੇਸ਼ੱਕ। ਬਿਲਕੁਲ। ਤੇ ਹਾਂਜੀ। ਉਹਦੇ ਵਿੱਚ ਜਿਹੜੇ ਗਾਂ ਐਸਪੀਰੈਂਟ ਹੈਗੇ ਆ ਵੀ ਅਸੀਂ ਪੋਲਿਟਿਕਸ 'ਚ ਆ ਕੇ ਹੂੰ। ਕੋਈ ਕੰਮ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ, ਉਹਨਾਂ ਨੂੰ 117 ਉਮੀਦਵਾਰ ਚਾਹੀਦੇ ਆ। ਹਾਂਜੀ। ਤੇ ਉਹ ਪੰਜਾਬ ਦੇ ਵਧੀਆ ਰੋਸ਼ਨ ਦਿਮਾਗ ਔਰਤਾਂ ਤੇ ਆਦਮੀ 117 ਲੱਭ ਲੈਣ ਹਾਂਜੀ। ਵੀ ਜਿਹਨਾਂ ਨੂੰ ਖੜਾ ਕਰਨ, ਤੇ ਉਹਨਾਂ ਨੂੰ ਇੱਕ ਕਿਸਮ ਦਾ ਹੋ ਜਾਏਗਾ ਕਿ ਭਈ ਅਸੀਂ ਸਾਰੇ ਪੰਜਾਬ ਦੇ ਵਿੱਚ ਬਤੌਰ ਬੀਜੇਪੀ ਇਲੈਕਸ਼ਨ ਲੜ ਸਕਦੇ ਅੱਛਾ, ਮੈਂ ਹਾਂਜੀ ਹਾਂਜੀ, ਦੱਸੋ। ਤੁਸੀਂ ਇਹਦੀ ਗੱਲ ਕਰਦੇ, ਮੈਂ ਮੇਰਾ ਪਰ ਸਵਾਲ ਇਦੂ ਗਾਂ ਦਾ ਸੀਗਾ ਹਾਂਜੀ। ਵੀ ਫਰਜ਼ ਕਰੋ ਭਾਜਪਾ ਆਏਗਾ ਸਾਰਾ ਕੁਝ ਸੋਚ ਕੇ ਜੋ ਆਪਾਂ ਕਿਹਾ ਆ, ਹਾਂਜੀ। ਇਹ ਕਿਉਂਕਿ ਉਹ ਮਾਰ ਬੈਠੇ ਦਿਮਾਗ ਬੈਠੇ ਆ, ਉਹਨਾਂ ਨੇ ਬਿਲਕੁਲ। ਕੱਲਾ ਕੱਲਾ ਸੂਬਾ ਗਿਣ ਕੇ ਅੱਗੇ ਲਿਆ ਆ। ਹਾਂਜੀ। ਪਰ ਇਹ ਸਾਰਾ ਕੁਝ ਸੋਚ ਕੇ ਉਹ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣ, ਇਦੂ ਵੀ ਵੱਡੀ ਗੱਲ ਕਰ ਲੈਣ। ਜਿਵੇਂ ਮੰਡੀ ਚੱਲਦੀ ਉਹ ਵੀ ਚੱਲਦੀ ਰਹੇ, ਜਿਹੜੀਆਂ ਕਿਸਾਨ ਛੋਟੀਆਂ ਮੰਗਦੇ ਉਹ ਵੀ ਹੋ ਜਾਏ, ਕੀ ਫਿਰ ਕਿਸਾਨ ਖੁਸ਼ਹਾਲ ਹੋ ਜਾਊਗਾ? ਇਹ ਕਾਨੂੰਨ ਵੀ ਜਿਹੜੇ ਕਾਇਮ ਰਹਿ ਜਾਣ, ਕਿਉਂਕਿ ਕਿਸਾਨ ਤਾਂ ਇਹ ਕਾਨੂੰਨਾਂ ਦੇ ਕਾਇਮ ਹੁੰਦਿਆਂ ਹੋਇਆਂ, ਮੰਡੀ ਕਾਇਮ ਹੁੰਦਿਆਂ ਹੋਇਆਂ, MSP ਹੁੰਦਿਆਂ ਹੋਇਆਂ, ACA ਦਾ ਕਾਨੂੰਨ ਹੁੰਦਿਆਂ ਹੋਇਆਂ, ਸਾਰਾ ਕੁਝ ਕਿਸਾਨ ਤਾਂ ਫਿਰ ਵੀ ਪੰਜਾਬ 'ਚ ਪਿਛਲੇ 3 ਦਹਾਕਿਆਂ ਤੋਂ ਖੁਦਕੁਸ਼ੀਆਂ ਕਰ ਰਿਹਾ, ਔਰ ਹਰ ਸਾਲ ਉਹ ਖੁਦਕੁਸ਼ੀਆਂ ਵੱਧ ਰਹੀਆਂ। 1990-92 ਦੇ ਦਹਾਕੇ ਤੋਂ ਸ਼ੁਰੂ ਹੋਈਆਂ ਆ। ਹਾਂਜੀ। ਕਿੰਨੀਆਂ ਗਵਰਨਮੈਂਟਾਂ ਆਈਆਂ, ਕਿੰਨੀਆਂ ਚਲ ਗਈਆਂ। ਬੇਅੰਤ ਸਿੰਘ ਦੀ ਗਵਰਨਮੈਂਟ ਦੇ ਵੇਲੇ ਤੋਂ ਸੁਣਨ ਨੂੰ ਮਿਲੀਆਂ ਸੀ ਪਹਿਲੀ ਵਾਰੀ ਖੁਦਕੁਸ਼ੀਆਂ ਕਿਸਾਨਾਂ ਨੇ ਕੀਤੀਆਂ। ਉਦੋਂ ਬਾਅਦ ਹਰਚੰਦ ਸਿੰਘ ਬਰਾੜ ਆ ਗਿਆ, ਰਜਿੰਦਰ ਕੌਰ ਭੱਠਲ ਆ ਗਈ, ਇਹ ਬਾਦਲ ਸਾਹਿਬ ਆ ਗਿਆ, ਇਹ ਅਮਰਿੰਦਰ ਸਿੰਘ ਆ ਗਿਆ, ਫਿਰ ਬਾਦਲ ਹੁਣੀ ਆ ਗਿਆ, ਫਿਰ ਅਮਰਿੰਦਰ ਸਿੰਘ ਆ ਗਿਆ। ਯਾਨੀ ਕਿ ਇਹ ਜਿਹੜੀਆਂ ਸਾਰੀਆਂ ਸਰਕਾਰਾਂ ਬਦਲੀਆਂ ਪੰਜਾਬ ਦੇ ਵਿੱਚ ਵੀ, ਸੈਂਟਰ ਦੇ ਵਿੱਚ ਵੀ ਕਾਂਗਰਸ ਸੀ, ਹਾਂ। ਉਦੋਂ ਵੀ ਭਾਜਪਾ ਆ ਗਈ, ਯਾਨੀ ਉੱਥੇ ਸੈਂਟਰੀ ਸਰਕਾਰਾਂ ਬਦਲੀਆਂ, ਪਰ ਕਿਸਾਨ ਦੀਆਂ ਖੁਦਕੁਸ਼ੀਆਂ ਨਾ ਤਾਂ ਪੰਜਾਬ 'ਚ ਘਟੀਆਂ ਨਾ ਆਂਧਰਾ 'ਚ ਘਟੀਆਂ, ਜਾਨੀ ਦੋਵਾਂ ਸੂਬਿਆਂ ਸਭ ਤੋਂ ਜ਼ਿਆਦਾ ਦੇਖੋ, ਹੁੰਦੀਆਂ ਸੀਗੀਆਂ। ਤੁਹਾਡੇ ਇਹ ਕੀ ਪੰਜਾਬ ਦਾ ਕਿਸਾਨ ਜਿਹੜਾ ਆ ਸਾਰੇ ਕਾਨੂੰਨ ਜਿੱਦਾਂ ਹੈਗੇ ਉਦਾਂ ਰਹਿ ਕੇ, ਅੱਛਾ ਜਿਹੜਾ ਫਸਲੀ ਚੱਕਰ ਪੰਜਾਬ ਲਈ ਚਾਹੀਦਾ ਪਾਣੀ ਥੱਲੇ ਜਾ ਰਿਹਾ ਆ, ਉਹਦੀ ਬਾਰੇ ਬੜੀ ਗੱਲ ਚੱਲਦੀ, ਕੀ ਹੋਊਗਾ? ਇਹ ਮੈਨੂੰ ਦੇਖੋ, ਬੜੇ ਲੰਬੇ ਖਦਸ਼ੇ ਲੱਗਦੇ। ਪਹਿਲਾਂ ਤਾਂ ਆਪਾਂ ਨੂੰ ਇਹ ਮੰਨ ਲੈਣਾ ਚਾਹੀਦਾ ਵੀ ਜਿਹੜੇ ਕਾਨੂੰਨ ਹੈ ਗਵਰਨਮੈਂਟ ਨੇ ਲੱਗਦਾ ਹੈ ਕਿ ਉਹ ਖਤਮ ਨਹੀਂ ਕਰਨੇ, ਜੀ। ਤੇ ਆਪਾਂ ਨੂੰ ਵੱਡੀ ਉਮੀਦ ਹੈ ਵੀ ਜਿਹੜੀਆਂ 3 ਮੇਨ ਪਹਿਲੂ ਆ ਉਹ ਤੇ ਸਮਝੌਤਾ ਹੋ ਜਾਵੇ, ਜੀ। ਤੇ ਜਿਹੜਾ ਮੋਰਚਾ ਉਹ ਸਮਾਪਤ ਹੋ ਜਾਵੇ, ਬਿਲਕੁਲ। ਤੇ ਬੈਕ ਟੂ ਨਾਰਮਲ ਲਾਈਫ ਹੋ ਜਾਵੇ। ਪਰ ਐਡਾ ਹੋ ਕੇ ਕੀ ਪੰਜਾਬ ਇਹਦੇ ਨਾਲ ਹੋ ਕੇ ਵੀ ਇਹ ਮਸਲਾ ਪੰਜਾਬ ਦਾ ਹੱਲ ਨਹੀਂ ਹੁੰਦਾ। ਜੀ। ਉਹਦੀ ਵਜ੍ਹਾ ਇੱਕ ਵੱਡੀ ਇਹ ਹੈਗੀ ਆ ਵੀ ਪੰਜਾਬ ਦੀ ਜਿਹੜੀ ਸਕੇਲ ਹੈਗੀ ਆਪਣੇ ਖੇਤੀਬਾੜੀ ਦੀ, ਉਹ ਬਹੁਤ ਹੈਗੀ ਹੈ ਛੋਟੀ, ਜੀ। ਕਿਉਂਕਿ ਔਸਤਨ ਪੰਜਾਬ ਦੇ ਵਿੱਚ ਜਿਹੜੀ ਖੇਤੀ ਹੈ ਉਹ 3 ਤੋਂ 5 ਏਕੜ ਵਾਲੇ ਜ਼ਿਆਦਾ ਹੈਗੇ ਆ। 70% ਜਿਹੜੇ ਆ ਕਿਸਾਨ ਉਹ 2.5 ਤੋਂ 5 ਏਕੜ ਬਿਲਕੁਲ। ਚਾਹੁੰਦੇ ਅੰਦਰ ਆ। ਹਰਿਆਣਾ ਤੇ ਬਾਕੀ ਹਿੰਦੁਸਤਾਨ ਦੇ ਵਿੱਚ ਇਹ ਤੋਂ ਵੀ ਘਟ ਜਾਂਦੀ ਹੈ ਜੀ। ਜ਼ਮੀਨ ਹੋਲਡਿੰਗ ਜਿਹੜੀ ਹੈਗੀ ਹੈ। ਜੀ। ਤੇ ਬਹੁਤੀ ਖੇਤੀ ਆਪਣੇ ਹਾਲੇ ਤੇ ਕਰਦੇ ਹੈਗੇ ਆ, ਤੇ ਔਸਤਨ ਬਹੁਤ ਘੱਟ ਹੈ, ਜਿਵੇਂ ਤੁਸੀਂ ਬਿਲਕੁਲ ਸਪਸ਼ਟ ਕਿਹਾ। ਉਹਦੇ ਵਿੱਚ ਸਾਰੇ ਤੁਸੀਂ ਔਜ਼ਾਰ ਲੈਣੇ ਆ, ਆਪਣੇ ਟਰੈਕਟਰ ਟਰਾਲੀਆਂ ਤੇ ਸਾਰੇ ਸੰਸ ਜਿਹੜੇ ਸਾਰੀਆਂ ਮਾਡਰਨ ਖਾਦਾਂ ਵਰਤਣੀਆਂ ਹੈਗੀਆਂ, ਲੇਬਰ ਵਰਤਣੀ ਹੈਗੀ ਆ, ਤੇ ਸਾਰੇ ਜਿਹੜੇ ਖਰਚੇ ਆ ਉਹ ਤੁਸੀਂ ਕਰਨੇ ਆ। ਤੇ ਤੁਹਾਡੀ ਜਿਹੜੀ ਖੇਤੀ ਹੈ, ਜੇ ਅਗਰ ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਿਕ 1.5 ਗੁਣਾ ਇਨਕਮ ਵੀ ਕਰਤੀ ਜਾਵੇ, ਜਾਣੀ ਜੇ ਖਰਚ ਨਾਲੋਂ ਜਾਣੀ 50% ਦੀ ਨੈਟ ਪ੍ਰੋਫਿਟ ਹੋਣਾ ਚਾਹੀਦਾ, ਅਲਟੀਮੇਟਲੀ ਇਹੋ ਹੀ ਰეკਮੈਂਡੇਸ਼ਨ ਸੀਗੀ। ਜੇ ਮਤਲਬ ਵੀ ਉਹ 50% ਦੀ ਪ੍ਰੋਫਿਟ ਜੋ ਕਿ ਕੀਮਤ ਉਹ ਸਮਾਪਤ ਵੀ ਆਪਣੇ ਫਿਕਸ ਵੀ ਕਰ ਦਿੰਦੇ ਹੈਗੇ ਆ, ਉਹ ਅਗਰ ਸਥਿਰ ਵੀ ਰਹਿੰਦੀ ਹੈ, ਫਿਰ ਵੀ ਜਿਹੜੀ ਇਕਨੋਮੀ ਆਫ ਸਕੇਲ ਹੈ ਖੇਤੀ ਦੀ, ਉਹ ਬਹੁਤ ਛੋਟੀ ਹੈ। ਕਿਉਂਕਿ ਇੱਕ ਮਿੰਟ ਜੇ ਆਪਾਂ ਬਾਹਰ ਹੀ ਦੇਖੀਏ, ਅਸੀਂ ਇੱਥੇ ਜਿੱਥੇ ਰਹਿੰਦੇ ਹੈਗੇ ਆ, ਘਰੋਂ ਸਿਰਫ 2 ਮਿੰਟ ਤੁਰ ਕੇ ਬਾਹਰ ਜਾਓ ਤੇ ਇੱਕ ਖੇਤ ਆਲੂਆਂ ਦਾ ਤਕਰੀਬਨ 50 ਏਕੜ ਦਾ ਹੈਗਾ।
ਜੀ ਇੱਕ ਪਾਸੇ ਸੜਕ ਦੇ, ਹਾਂਜੀ ਦੂਜੇ ਪਾਸੇ ਕਣਕ ਦਾ ਖੇਤ ਆ, ਉਹ 100 ਏਕੜ ਦੇ ਬਰਾਬਰ ਹੋਣਾ। ਜੀ ਬਿਲਕੁਲ ਹੈਗਾ। ਉਹ ਤੋਂ ਗਾਂ ਹੈਗਾ ਇੱਥੇ ਇੰਗਲੈਂਡ ਤਾਂ ਤੇਲਾਂ ਦੇ ਤੋਂ ਛੋਟਾ ਬੀਜ। ਫਾਰਮ ਕੋਈ ਹੈ ਨਹੀਂ, ਮੈਂ ਕਿਹਾ। ਬਿਲਕੁਲ ਤੇਲਾਂ ਦੇ ਬੀਜ ਦਾ, ਸਰੋਂ ਦੇ ਬਾਕੀ ਜਿਹੜੇ ਬੀਜ ਆ ਉਹ ਮੇਰੇ ਖਿਆਲ ਹੋਣਾ 200-250 ਏਕੜ ਦਾ ਜੀ। ਇਕੱਠਾ ਹੀ। ਜੀ ਤੇ ਮੈਂ ਇਹ ਆਬਜ਼ਰਵ ਕੀਤਾ ਪਿਛਲੇ ਜਦ ਦਾ ਇਹ ਮਸਲਾ ਸ਼ੁਰੂ ਹੋਇਆ, ਸਿਰਫ 4-5 ਇੰਪਲੋਈ 500-600 ਏਕੜ ਦੀ ਖੇਤੀ ਉਹ ਕਰੀ ਜਾਂਦੇ ਹੈ। ਬਿਲਕੁਲ ਉਹਨਾਂ ਕੋਲ ਮੈਸਿਵ ਟਰੈਕਟਰ ਹੈਗੇ ਆ, ਬਾਕੀ ਸਾਰੇ ਸੰਦ ਹੈਗੇ ਆ, ਤੇ ਸਪ੍ਰਿੰਕਲਰ ਹੈਗੇ ਆ ਪਾਣੀ ਦੇ ਦੇਣ ਵਾਸਤੇ, ਹਾਂਜੀ ਤੇ ਧਰਤੀ ਹੱਥੋਂ ਜਾਂ ਨਹਿਰਾਂ ਦਾ ਪਾਣੀ ਵੀ ਉਹ ਨਹੀਂ ਵਰਦੇ ਹੈਗੇ। ਮੇਰੇ ਗੱਲ ਕਰਨ ਦਾ ਭਾਵ ਵੀ ਪੰਜਾਬ ਦੇ ਵਿੱਚ ਜਿਹੜੀ ਖੇਤੀ ਹੈ ਉਹਨੂੰ ਮੁੜ ਕੇ ਜ਼ਿਆਦਾ ਪ੍ਰੋਫਿਟੇਬਲ ਬਣਾਉਣ ਵਾਸਤੇ ਅਗਰ 1.5 ਗੁਣਾ ਪ੍ਰਾਈਸ ਮਿਲ ਵੀ ਜਾਂਦੀ ਹੈ ਤੇ ਖਰਚੇ ਬਹੁਤ ਘਟਾਉਣੇ ਪੈਣੇ ਆ, ਤਦੇ ਖੇਤੀ ਸਰਵਾਈਵ ਕਰ ਸਕਦੀ ਆ। ਉਹ ਖਰਚੇ ਕਿਵੇਂ ਘਟ ਸਕਦੇ ਆ? ਇਹ ਇੱਕ ਕਿਸਮ ਦਾ ਜਿਹੜਾ ਪੋਸਟ ਕਹ ਲਓ ਵੀ ਆਪਣੀ ਲੈਜਿਸਲੇਸ਼ਨ ਸੋਲੂਸ਼ਨ ਆਪਾਂ ਗੱਲ ਕਰ ਰਹੇ ਹਾਂ ਵੀ ਜਿਵੇਂ ਤੁਸੀਂ ਕਿਹਾ ਨਾ ਸਵਾਲ ਦੇ ਵਿੱਚ ਸਭ ਕੁਝ ਹੋ ਜਾ ਠੀਕ, ਵੀ ਸਭ ਕੁਝ ਠੀਕ ਹੋ ਜਾਵੇ। ਹਾਂਜੀ ਉਹਦੇ ਵਿੱਚ ਦੇਖੋ ਉਹਦਾ ਸਾਰਿਆਂ ਤੋਂ ਵੱਡਾ ਇੱਕ ਹੱਲ ਪੋਸੀਬਲ ਇਹ ਹੈਗਾ ਕਿ ਜਿਵੇਂ ਹੁਣ ਕਾਨੂੰਨ ਇਸ ਗੱਲ ਦੇ ਵਿੱਚ ਮਦਦ ਕਰੇਗਾ। ਹੁਣ ਇਹ ਦੇਖਣਾ ਵੀ ਪੰਜਾਬ ਦੇ ਜਿਹੜੇ ਪੰਜਾਬ ਗਵਰਨਮੈਂਟ, ਪੰਜਾਬ ਦੀਆਂ ਸੁਹਿਰਦ ਰਾਜਨੀਤਿਕ ਪਾਰਟੀਆਂ ਔਰ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਤੇ ਪੰਜਾਬ ਦੇ ਕਿਸਾਨ ਤੇ ਜਿਹੜੇ ਮਜ਼ਦੂਰ ਹੈਗੇ ਆ, ਜੇ ਉਹਨਾਂ ਨੇ ਕੰਸਟਰਕਟਿਵਲੀ ਕ੍ਰੀਏਟਿਵਲੀ ਇਹ ਸਾਰੀ ਵਿਵਸਥਾ ਨੂੰ ਪ੍ਰੋਵੀਜ਼ਨ ਨੂੰ ਆਪਣੇ ਮਤਲਬ ਲਈ ਵਰਤਣਾ, ਤੇ ਫਿਰ ਇਹਦਾ ਇੱਕ ਵੱਡਾ ਹੱਲ ਇਹ ਹੈਗਾ ਕਿ ਪੰਜਾਬੀ ਲੈਡ ਕੋਆਪਰੇਟਿਵ ਖੇਤੀ। ਦੂਜੇ ਲਫ਼ਜ਼ਾਂ ਦੇ ਵਿੱਚ ਸਾਡੇ ਪਿੰਡ ਜਾਂ ਤੁਹਾਡੇ ਪਿੰਡ ਸਾਰੀ ਜਿਹੜੀ ਜ਼ਮੀਨ ਆ ਹਰ ਇੱਕ ਦੀ ਆਪੋ ਆਪਣੀ ਆ, ਉਹਦੇ ਵਿੱਚ ਕੋਈ ਰੌਲਾ ਨਹੀਂ, ਨਾ ਕਿ ਮਤਲਬ ਕੋਈ ਆਪਣੀ ਬੱਟ ਛੇੜਨ ਦਿੰਦਾ। ਹਾਂਜੀ ਹਾਂਜੀ ਜਿਹੜੇ ਟਰੈਕਟਰ ਆ, ਹਾਂਜੀ ਸਾਰੇ ਟਰੈਕਟਰ ਮੇਲਿਆਂ ਮਸਾਬਿਆਂ ਨੇ ਤੇ ਵਰਤੇ ਜਾਂਦੇ ਆ, ਪਰ ਇੰਨੇ ਉਹ ਵਾਈਬਲ ਨਹੀਂ ਹੈਗੇ। ਬਿਲਕੁਲ ਬਿਲਕੁਲ। ਜੇ ਮਤਲਬ ਵੀ ਵੱਡੇ ਟਰੈਕਟਰ ਜਿਵੇਂ ਇੱਥੇ ਹੈਗੇ ਆ 50 ਦੀ ਬਜਾਏ 10 ਟਰੈਕਟਰ ਬਹੁਤ ਹੈਗੇ ਆ। ਬਿਲਕੁਲ ਬਿਲਕੁਲ ਠੀਕ ਹੈ ਨਾ। ਉੱਥੇ ਤੁਸੀਂ ਮਤਲਬ ਆਪਣੇ ਪਿੰਡ ਦੇ ਵਿੱਚ ਹੀ ਸਾਰਾ ਝੋਨਾ ਇਕੱਠਾ ਕਰ ਲਓ, ਪਿੰਡ ਦੇ ਵਿੱਚ ਹੀ ਕਣਕ ਇਕੱਠੀ ਕਰ ਲਓ, ਉੱਥੇ ਪ੍ਰਾਈਵੇਟ ਅਦਾਰੇ ਨੂੰ ਸੱਦੋ ਵੀ ਚੱਕ ਕੇ ਆਸ ਪਾ ਦੇਣੀ ਆ। ਜਿਹੜੀ ਬਾਜੀ ਆ ਉਹ ਆਪਣੀ ਸਰਕਾਰੀ ਮੰਡੀ 'ਚ ਲੈ ਜਾਓ, ਉਹ FAFC ਚੱਕ ਲਵੇ। ਤੁਸੀਂ ਮਤਲਬ ਜਿਹੜੀਆਂ ਖਾਦਾਂ ਉਹ ਸਾਂਝੀਆਂ ਖਰੀਦੋ ਤੇ ਡਿਸਟ੍ਰੀਬਿਊਟ ਕਰੋ। ਜਿਹੜੀਆਂ ਕੈਮੀਕਲਸ ਹੈਗੇ ਆ ਉਹ ਸਾਂਝੇ ਖਰੀਦੋ ਤੇ ਡਿਸਟ੍ਰੀਬਿਊਟ। ਜਿਵੇਂ ਆਪਣੇ ਕੋਆਪਰੇਟਿਵ ਸਟੋਰ ਪਹਿਲਾਂ ਸੀਗੇ, ਸਹਿਕਾਰੀ ਸਭਾਵਾਂ ਜਿਹਨੂੰ ਆਪਾਂ ਕਹਿੰਦੇ ਹੁੰਦੇ ਸੀ ਪਹਿਲਾਂ, ਜਾਣੀ ਪੰਜਾਬ ਦੀ ਕੋਆਪਰੇਟਿਵ ਮੂਵਮੈਂਟ ਦੁਬਾਰਾ ਕ੍ਰੀਏਟ ਕਰਨੀ ਪੈਣੀ ਹੈ, ਜਿਹਦੇ ਨਾਲ ਕਿਸੇ ਇੱਕ ਤੇ ਇਹ ਬੋਝ ਨਾ ਹੋਵੇ ਵੀ ਮੈਨੂੰ ਟਰੈਕਟਰ ਵੀ ਲੈਣਾ ਪੈਣਾ, ਮੈਨੂੰ ਟਰਾਲੀ ਵੀ ਲੈਣੀ ਪੈਣੀ ਹੈ, ਮੈਨੂੰ ਆਪਣੇ ਹਲ ਵੀ ਲੈਣੇ ਪੈਣੇ ਆ, ਮੈਨੂੰ ਬੀਜਣ ਵਾਲੀ ਮਸ਼ੀਨ ਵੀ ਚਾਹੀਦੀ ਹੈ, ਪਰ ਉਹ ਤੁਹਾਨੂੰ ਪਤਾ ਵੀ ਵਾਈਬਲ ਨਹੀਂ ਹੈਗਾ। ਕਿਸਾਨਾਂ ਦੇ ਸਿਰ ਕਰਜ਼ੇ ਇਸ ਕਰਕੇ ਵਧੇ ਹੋਏ ਨੇ ਕਿ ਉਹ ਆਪਣੀ ਜ਼ਮੀਨ ਤੇ ਲਿਮਿਟਸ ਬਣਾਈ ਜਾਂਦੇ ਆ ਤੇ ਬੈਂਕਾਂ ਦੇ ਕਰਜ਼ੇ ਵਧੀ ਜਾਂਦੇ ਆ, ਫਿਰ ਖੁਦਕਸ਼ੀਆਂ, ਫਿਰ ਬਿਮਾਰੀਆਂ, ਫਿਰ ਡਿਪਰੈਸ਼ਨ, ਤੇ ਉਹ ਸਾਰਾ ਵੱਧਦਾ ਹੈਗਾ। ਸੋ ਇਸ ਕਰਕੇ ਕੋਆਪਰੇਟਿਵ ਜ਼ਿਆਦਾ ਆਪਾਂ ਡਿਟੇਲ 'ਚ ਨਹੀਂ ਸਕਦੇ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ। ਤੇ ਦੂਜਾ ਹੈਗਾ ਕਾਰਪੋਰੇਟ। ਜੇ ਮਤਲਬ ਵੀ ਕੋਆਪਰੇਟਿਵ ਦੇ ਨਾਲ ਕਾਰਪੋਰੇਟ ਦੀ ਪ੍ਰੋਵੀਜ਼ਨ ਇਹਦੇ ਵਿੱਚ ਹੈਗੀ ਆ, ਉਹ ਜਿਹਨੂੰ ਆਪਾਂ ਠੇਕਾ ਖੇਤੀ ਆ, ਜਿਹਦਾ ਮਤਲਬ ਵੀ ਜੇ ਆਪਾਂ ਕਰੂਡ ਮਿਸਾਲ ਲਈਏ ਤੇ ਆਪਾਂ ਨਾਂ ਨਹੀਂ ਲੈਂਦੇ ਪਏ, ਸਾਡੇ ਪਿੰਡ ਦੇ ਇੱਕ ਬਹੁਤ ਵੱਡੇ ਪੋਟੈਟੋ ਫਾਰਮਰ ਆ। ਮੈਂ ਨਾਲ ਦਿੰਦਾ ਬੇਸ਼ੱਕ ਕਿ ਉਸ ਤੁਹਾਡੇ ਪਿੰਡ ਤੋਂ ਸ਼ੁਰੂ ਹੋ ਕੇ ਸਾਡੇ ਪਿੰਡਾਂ ਤੱਕ ਸਾਰੇ ਬਣੇ। ਹਰਦੇਵ ਸਿੰਘ ਸਿੰਘੇ ਹੁੰਦੇ ਸੀ, ਸੰਘਾ ਫਾਰਮ ਜਿਹੜਾ ਮਸ਼ਹੂਰ ਸੀਗਾ, ਸਾਡੇ ਨੇੜੇ ਆ ਕੇ ਉਹਨਾਂ ਸਬਜ਼ੀਆਂ ਦੀ ਖੇਤੀ। ਜਦੋਂ ਅਸੀਂ ਮਤਲਬ ਸਕੂਲੇ ਪੜ੍ਹਦੇ ਸੀਗੇ ਤਾਂ ਉਦੋਂ MA ਕਰਦੇ ਸੀ ਐਗਰੀਕਲਚਰ ਦੀ ਲੁਧਿਆਣਾ ਯੂਨੀਵਰਸਿਟੀ। ਅਸੀਂ ਮਤਲਬ ਇਹ ਸੋਚਦੇ ਹੁੰਦੇ ਸੀਗੇ ਵੀ ਐਗਰੀਕਲਚਰ ਦੀ MA ਕਰਕੇ ਕਰਨਗੇ ਕੀ ਉਹ, ਕਿੱਥੇ ਕਰਨਗੇ? ਸਮਾਂ ਹੋ ਗਿਆ ਆ। ਹਾਂ ਬਿਲਕੁਲ, ਇੱਥੇ ਗੱਲ ਆਪਾਂ ਨੂੰ ਕਦੇ ਬੰਦ ਕਰਨੀ ਪੈਣੀ, ਆਪਾਂ ਇੱਥੇ ਦੁਬਾਰਾ ਸ਼ੁਰੂ ਕਰ ਲੈਣੀ। ਦੁਬਾਰਾ ਤੁਸੀਂ ਕਰ ਲਓ, ਇੱਕ ਵਾਰ ਕਰ ਲਓ, ਇਹਨੂੰ ਸਮਾਪਤੀ ਕਰ ਲਈਏ ਵੀ ਜਿਹੜਾ ਕੋਆਪਰੇਟਿਵ ਹੈ ਉਹਦੇ ਨਾਲ ਜਿਹੜਾ ਕਾਰਪੋਰੇਟ ਆ ਪ੍ਰਾਈਵੇਟ, ਉਹ ਤੁਸੀਂ ਜ਼ਮੀਨਾਂ ਜਿਹੜੀ ਮੈਂ ਕਹਿ ਰਿਹਾ ਵੀ ਬਜਾਏ ਦੇ ਬਾਹਰਲੇ ਆ ਕੇ ਕਰਨ, ਜਿਹੜੇ ਪੰਜਾਬੀ ਆ ਉਹੀ ਆਪਣੀਆਂ ਕੰਪਨੀਆਂ ਕਾਇਮ ਕਰਨ ਤੇ ਉਹੀ ਕੋਆਪਰੇਟਿਵ ਕਾਇਮ। ਇਹੀ ਹੱਲ ਹੈ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਹੁੰਦਾ, ਜਿੱਥੇ ਕੋ ਆਪਾਂ ਗੱਲ ਛੱਡੀ ਆ ਉੱਥੋਂ ਕੋਈ ਸ਼ੁਰੂ ਕਰ ਲਾਂਗੇ। ਜੁੜੇ ਰਹੋ ਸੰਗਤ ਟੈਲੀਵਿਜ਼ਨ ਦੇ ਨਾਲ। ਹਰ ਰੋਜ਼ ਇਸੇ ਸਮੇਂ ਲਗਾਤਾਰ ਤੁਹਾਡੇ ਨਾਲ ਪੰਜਾਬ ਦੇ ਕਿਸਾਨ ਅੰਦੋਲਨ ਬਾਰੇ, ਪੰਜਾਬ ਦੇ ਸਮੱਸਿਆਵਾਂ ਬਾਰੇ, ਉਹਦਾ ਹੱਲ ਕੀ, ਉਹਦੇ ਬਾਰੇ ਗੱਲ ਕੀਤੀ ਜਾ ਰਹੀ ਹੈ। ਅਗਵਾਈ ਪ੍ਰੋਗਰਾਮ ਦੇ ਵਿੱਚ ਜੁੜੇ ਰਹਿਣਾ ਜੀ। ਆਪ ਦਾ ਸਾਥ ਹੀ ਇਸ ਪ੍ਰੋਗਰਾਮ ਨੂੰ ਗਾਂ ਹੋਰ ਵਧੀਆ ਬੁਲੰਦੀਆਂ ਤੇ ਲੈ ਕੇ ਜਾਵੇਗਾ। ਆਓ ਇੱਕ ਵਾਰੀ ਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।